सो कहो टल गुर सेविय अहनस सहज। दर्शन परसय गुरु कै जन्म मरण दुख जाए। होवै सिफत खसंबंधी नूर अरसों कुर सों चटिया। तुद डिठे सच्चे पातशाह मल जन्म जन्म दे कटिया। सजन सच्चा पातशाह सिर सांद साहो। जिस पास बैठिया सोहीए सबना दा बेसाहो। सतनाम श्री वाहिगुरु साहिब जी। सोहे महला पंजवा। सिमृत वेद पुराण पुकारन पोथियाँ। नाम बिना सब कूड़ गाले होछिया। सिमृत वेद पुराण पुकारन पोथिया। नाम बिना सब कूड़ गाले होछिया। नाम निदान अपार भगता मन वसै। जन्म मरण मोह दुख साधु संग नसै। रहाओ मोहे बाद अहंकार सर पर रुन्या। सुख ना पाएन मूल नाम विहुन्या। मेरी मेरी तार बंधन बंधया। नरक स्वर्ग अवतार माया तंधया। शोधत शोधत शोध तत विचार्या। नाम बिना सुख नाहे सर पर हारिया। आवह जाहे अनेक मर मर जन्मते। बिना बूझे सब वाद जोने परमते। जिनको पए दयाल तिन साधु संग पया। अमृत हर का नाम तिने जने जप लया। खोज है कोट असंख बहुत अनंत के। जिस बुझ आए आप नेड़ा तिस है। विसर नाहि दातार अपना नाम देहो। गुण गावा दिन रात नानक चाओ एहो। विसर नाहि दातार अपना नाम देहो।
ਗਾਵਾ ਦਿਨ ਰਾਤ, ਨਾਨਕ ਚਾਓ ਇਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਤੇ ਸਤਿਕਾਰਯੋਗ ਗੁਰੂ ਕਾ ਖਾਸ ਰੂਪ ਸਤਿਗੁਰਾਂ ਦੇ ਪਰਮ ਪਿਆਰ 'ਚ ਪਰੋਤੀ ਹੋਈ, ਗੁਰੂ ਰੰਗ 'ਚ ਰੰਗੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀਓ, ਧੰਤਾ ਦੇ ਪਾਤਰ ਹੋ। ਅੰਮ੍ਰਿਤ ਵੇਲੇ ਤੋਂ ਸਾਹਿਬ ਨੌਵੇਂ ਪਾਤਸ਼ਾਹ ਦੇ ਪਵਿੱਤਰ ਪਾਵਨ ਸੱਚਖੰਡ ਦਰਬਾਰ ਅੰਦਰ ਹਾਜ਼ਰੀਆਂ ਭਰ ਕੇ ਇਕੱਤਰ ਹੋ ਕੇ ਆਪਣੇ ਜੀਵਨ ਦੀਆਂ ਕੁਝ ਕੀਮਤੀ ਘੜੀਆਂ ਔਰ ਦੁਰਲਭ ਸਵਾਸ ਸਤਿਗੁਰੂ ਜੀ ਦੇ ਲੇਖੇ ਲਾ ਕੇ ਸਫਲਾ ਔਰ ਸਕਾਰਥਾ ਕਰ ਰਹੇ। ਗੁਰਦੇਵ ਜੀ ਨੇ ਅੱਜ ਦਾ ਜੋ ਪਾਵਨ ਪਵਿੱਤਰ ਸ੍ਰੀ ਮੁਖ ਵਾਕ ਅੰਮ੍ਰਿਤ ਵੇਲੇ ਸ੍ਰੀ ਹੁਕਮਨਾਮਾ ਸਾਨੂੰ ਬਖਸ਼ਿਸ਼ ਕੀਤਾ ਹੈ। ਭਾਈ ਸਾਹਿਬ ਜੀ ਦੀ ਰਸਨਾ ਤੋਂ ਆਪ ਜੀ ਨੇ ਪਵਿੱਤਰ ਹੁਕਮਨਾਮਾ ਸਰਵਣ ਕੀਤਾ ਹੈ। ਆਓ ਕੁਝ ਸਮੇਂ ਲਈ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਆਪਣੀ ਸੁਰਤੀ ਕੇਂਦਰਿਤ ਕਰੀਏ। ਮਨ ਔਰ ਬਿਰਤੀਆਂ ਦੀ ਇਕਾਗਰਤਾ ਲਈ ਆਪਣੀ ਰਸਨਾ ਨੂੰ ਪਵਿੱਤਰ ਕਰਦਿਆਂ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੋਹੇ ਮਹੱਲਾ ਪੰਜਵਾ। ਸਿਮ੍ਰਿਤ ਵੇਦ ਪੁਰਾਣ ਪੁਕਾਰਨ ਪੋਥੀਆ। ਸੋਹੀ ਰਾਗ ਹੈ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਪਵਿੱਤਰ ਪਾਵਨ ਸ੍ਰੀ ਮੁਖ ਵਾਕ ਸ਼ਬਦ ਹੈ। ਨਾਮ ਦੀ ਉਪਮਾ ਹਰੀ ਨਾਮ ਦੀ ਵਡਿਆਈ ਸਤਿਗੁਰੂ ਜੀ ਕਥਨ ਕਰ ਰਹੇ ਨੇ। ਇੱਕ ਅੰਗਰੇਜ਼ ਵਿਦਵਾਨ ਨੇ ਡਾਕਟਰ ਭਾਈ ਵੀਰ ਸਿੰਘ ਜੀ ਦੇ ਉੱਤੇ ਸਵਾਲ ਕੀਤਾ। ਕਹਿਣ ਲੱਗਾ ਕਿ ਗੁਰੂ ਜੀ ਨੇ ਸਾਰੇ ਗੁਰੂ ਗ੍ਰੰਥ ਸਾਹਿਬ ਅੰਦਰ ਨਾਮ ਦੀ ਉਪਮਾ, ਨਾਮ ਦੀ ਵਡਿਆਈ, ਨਾਮ ਦੀ ਮਹਿਮਾ ਕਥਨ ਕੀਤੀ। ਇਹ ਗੱਲ ਕਹਿਣ ਲਈ ਉਹ ਛੋਟੇ ਸਰੂਪ ਦੇ ਵਿੱਚ 2, 4, 20, 50 ਸ਼ਬਦ ਲਿਖ ਸਕਦੇ ਸਨ। ਤੋ ਇਤਨਾ ਵੱਡਾ ਗ੍ਰੰਥ ਲਿਖਣ ਦੀ ਕੀ ਜ਼ਰੂਰਤ ਪਈ। ਭਾਈ ਵੀਰ ਸਿੰਘ ਨੇ ਉਸ ਨੂੰ ਜਵਾਬ ਦਿੰਦਿਆਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਵਿੱਚ ਮਨੁੱਖ ਦੇ ਜਨਮ ਤੋਂ ਲੈ ਕੇ ਮਰਨ ਤੱਕ ਔਰ ਮਰਨ ਤੋਂ ਬਾਅਦ ਤੱਕ ਦੀ ਯਾਤਰਾ ਦਾ ਵੀ ਸਤਿਗੁਰਾਂ ਨੇ ਜ਼ਿਕਰ ਕੀਤਾ। ਪਰ ਹਰੀ ਨਾਮ ਦੀ ਵਡਿਆਈ ਸਭ ਤੋਂ ਅਧਿਕ ਵਰਣਨ ਹੈ। ਬੜਾ ਪਿਆਰਾ ਬਚਨ ਕਿਹਾ ਕਿ ਹੋਰ ਹੋਰ ਗੱਲਾਂ ਕਹਿਣ ਨੂੰ ਹੋਰ ਬਹੁਤ ਸਾਰੇ ਗ੍ਰੰਥ ਲਿਖੇ ਗਏ। ਭਾਈ ਵੀਰ ਸਿੰਘ ਜੀ
ਇੱਦਾਂ ਬੋਲੇ ਕਿ ਹੋਰ ਗ੍ਰੰਥ ਹੋਰ ਗੱਲਾਂ ਕਹਿਣ ਲਈ ਹੋਰ ਬਹੁਤ ਗ੍ਰੰਥ ਲਿਖੇ ਗਏ, ਪਰ ਪਰਮੇਸ਼ਰ ਦੇ ਨਾਮ ਦੀ ਵਡਿਆਈ ਤੇ ਸ਼ੋਭਾ ਵਾਸਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ। ਜਿਸ ਵਿੱਚ ਨਾਮ ਦੀ ਮਹੱਤਤਾ ਹੈ। ਹੋਰ ਗ੍ਰੰਥਾਂ ਵਿੱਚ ਕਰਮ ਕਾਂਡਾਂ ਦੀ ਬਹੁਲਤ ਹੈ, ਉਹਨਾਂ 'ਚ ਕਰਮ ਕਾਂਡਾਂ ਦਾ ਜ਼ਿਕਰ ਹੈ, ਵੇਰਵਾ ਹੈ, ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਰੇ ਕਰਮਾਂ 'ਚੋਂ, ਸਾਰੇ ਧਰਮਾਂ ਵਿੱਚੋਂ ਸਭ ਤੋਂ ਸ੍ਰੇਸ਼ਟ ਕਰਮ ਤੇ ਧਰਮ ਹਰੀ ਦੇ ਨਾਮ ਨੂੰ ਜਪਣਾ, ਹਰੀ ਦੇ ਨਾਮ ਨੂੰ ਆਰਾਧਨਾ, ਹਰੀ ਦੇ ਨਾਮ ਨੂੰ ਧਿਆਉਣਾ, ਇਹਦੇ ਵਿੱਚ ਮੰਨਦਾ। ਤੋ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੀ ਮਹੱਤਤਾ ਸਤਿਗੁਰੂ ਪੰਜਵੇਂ ਪਾਤਸ਼ਾਹ ਦੱਸ ਰਹੇ ਰਾਗ ਸੂਹੀ ਵਿੱਚ। ਭੋਜਨ ਤੇ ਭਜਨ ਦੋ ਚੀਜ਼ਾਂ ਨੇ। ਮਸਕੀਨ ਜੀ ਬੜਾ ਸੁੰਦਰ ਬਚਨ ਕਰਿਆ ਕਰਦੇ ਸਨ। ਭੋਜਨ ਸਾਡੇ ਮੁਖ ਰਾਹੀਂ ਅੰਦਰ ਉਤਰ ਕੇ ਉਸ ਭੋਜਨ ਤੋਂ ਰਸ ਬਣਦਾ ਹੈ, ਰੁਦਰ ਬਣਦਾ ਹੈ, ਸੱਤ ਧਾਤਾਂ ਬਣਦੀਆਂ। ਭੋਜਨ ਜਾਏਗਾ ਸਰੀਰ ਵਿੱਚ, ਉਸ ਤੋਂ ਇਹ ਸਾਰੀਆਂ ਚੀਜ਼ਾਂ ਦੀ ਬਣਤਰ ਬਣਦੀ ਹੈ। ਇਸੇ ਤਰ੍ਹਾਂ ਪਰਮੇਸ਼ਰ ਦੇ ਭਜਨ ਦੁਆਰਾ ਜਦੋਂ ਰਸਨਾ ਦੁਆਰਾ ਆਰੰਭਦੇ ਹਾਂ ਤਾਂ ਅੰਦਰ ਉਤਰਦਾ ਹੈ ਪ੍ਰਭੂ ਦਾ ਭਜਨ, ਪਰਮੇਸ਼ਰ ਦਾ ਨਾਮ, ਤਾਂ ਉਸ ਭਜਨ ਦੁਆਰਾ ਵੀ ਅੰਦਰ ਸ਼ੁਭ ਗੁਣ ਉਤਪੰਨ ਹੋਣੇ ਸ਼ੁਰੂ ਹੁੰਦੇ ਨੇ। ਸਤ, ਸੰਤੋਖ, ਦਇਆ, ਖਿਮਾ, ਤਤਿਕਸ਼ਾ, ਜਿਤਨੇ ਵੀ ਸ਼ੁਭ ਗੁਣ ਨੇ ਉਹ ਪਰਮੇਸ਼ਰ ਦੇ ਭਜਨ 'ਚ ਉਤਪੰਨ ਹੁੰਦੇ ਹਨ। ਜਿੰਨੀ ਜ਼ਰੂਰਤ ਸਾਡੇ ਸਰੀਰ ਲਈ ਭੋਜਨ ਦੀ ਹੈ, ਉਤਨੀ ਆਵਸ਼ਕਤਾ, ਉਤਨੀ ਜ਼ਰੂਰਤ ਸਾਡੇ ਮਨ ਵਾਸਤੇ, ਸਾਡੇ ਸੂਖਮ ਸਰੂਪ ਵਾਸਤੇ ਪਰਮੇਸ਼ਰ ਦੇ ਭਜਨ ਦੀ ਹੈ। ਹਿਰਦੇ ਦੀ ਇਕਾਗਰਤਾ, ਮਨ ਦਾ ਟਿਕਾ, ਉਹ ਪਰਮੇਸ਼ਰ ਦੇ ਨਾਮ ਦੇ ਸਿਮਰਨ ਦੁਆਰਾ ਹੀ ਹੋ ਸਕਦਾ। ਹਰੀ ਨਾਮ ਦੇ ਸਿਮਰਨ ਤੋਂ ਬਿਨਾਂ ਮਨ ਦਾ ਟਿਕਾ, ਮਨ ਦੀ ਇਕਾਗਰਤਾ ਨਹੀਂ ਬਣ ਸਕਦੀ। ਜੋ ਸਾਡੇ ਹਿਰਦੇ ਦੀ ਵਿਖੇਪਤਾਈ ਹੈ, ਚੰਚਲਪਨ ਹੈ ਹਿਰਦੇ ਦਾ, ਮਨ ਦਾ, ਉਹ ਚੰਚਲਤਾਈ ਕੇਵਲ ਨਾਮ ਸਿਮਰਨ ਦੁਆਰਾ ਹੀ ਖਤਮ ਹੋਣੀ। ਨਾਮ ਸਿਮਰਨ ਜਿਤਨਾ ਗਹਿਰਾ ਹੁੰਦਾ ਚਲਾ ਜਾਏਗਾ, ਮਨ ਉਤਨਾ ਹੀ ਇਕਾਗਰ ਹੁੰਦਾ ਚਲਾ ਜਾਏਗਾ। ਔਰ ਮਨ ਦੀ ਇਕਾਗਰਤਾ ਜਿਤਨੀ ਗਹਿਰੀ ਹੋਵੇਗੀ, ਪਰਮੇਸ਼ਰ ਉਤਨਾ ਹੀ ਸਮੀਪ, ਉਤਨਾ ਹੀ ਨਿਕਟ ਪ੍ਰਤੀਤ ਹੋਣ ਲੱਗ ਪੈਂਦਾ। ਮਨ ਦੀ ਇਕਾਗਰਤਾ ਨਹੀਂ ਹੈ, ਕੋਲ ਖੜਾ ਵਿਅਕਤੀ ਵੀ ਸਾਨੂੰ ਨਹੀਂ ਪਤਾ ਲੱਗਦਾ ਵੀ ਖੜਾ। ਉਹ ਕਹਿੰਦਾ ਤੇਰੀਆਂ ਅੱਖਾਂ ਦੇ ਕੋਲੋਂ ਤਾਂ ਗੁਜ਼ਰਿਆ, ਤੇਰੇ ਕੋਲ ਤਾਂ ਖੜਿਆ ਰਿਹਾ, ਤੇ ਅੱਗੋਂ ਕਹਿੰਦਾ ਮੇਰਾ ਧਿਆਨ ਹੀ ਨਹੀਂ ਲੱਗਾ, ਪਤਾ ਹੀ ਨਹੀਂ ਲੱਗਾ ਤੂੰ ਕਿਹੜੇ ਵੇਲੇ ਖੜਾ, ਕਿਹੜੇ ਵੇਲੇ ਚਲਾ ਗਿਆ। ਯਾਨੀ ਕਿ ਇਕਾਗਰਤਾ ਤੋਂ ਬਿਨਾਂ ਬਾਹਰਲਾ ਸਥੂਲ ਸਰੂਪ ਵੀ ਸਾਨੂੰ ਅਨੁਭਵ ਨਹੀਂ ਹੁੰਦਾ। ਤੋ ਪਰਮਾਤਮਾ ਤਾਂ ਅਤੀ ਸੂਖਸ਼ਮ ਹੈ, ਅਤੀ ਸੂਖਸ਼ਮ। ਕਲਗੀਧਰ ਸਵਾਮੀ ਕਹਿੰਦੇ ਸੂਖਸ਼ਮ ਤੇ ਸੂਖਸ਼ਮ ਕਰ ਚੀਨੋ, ਬਿਰਧਨ ਬਿਰਧ ਬਤਾਏ। ਸੂਖਸ਼ਮ ਤੋਂ ਵੀ ਸੂਖਸ਼ਮ, ਉਸ ਨੂੰ ਆਪਣੇ ਹਿਰਦੇ 'ਚ ਅਨੁਭਵ ਕਰਨ ਲਈ, ਪ੍ਰਕਾਸ਼ ਰੂਪ ਦੇ ਵਿੱਚ ਜਾਣਨ ਲਈ ਮਨ ਦੀ ਇਕਾਗਰਤਾ ਜ਼ਰੂਰੀ ਹੈ। ਬਿਨਾਂ ਇਕਾਗਰਤਾ ਤੋਂ ਸਮੀਪ ਹੈ, ਕੋਲ ਹੈ, ਇਹਦੇ 'ਚ ਕੋਈ ਦੋ ਰਾਏ ਨਹੀਂ, ਪਰ ਉਸ ਦਾ ਸਾਖਸ਼ਾਤਕਾਰ ਨਹੀਂ ਹੋਵੇਗਾ। ਨਾਮ ਸਿਮਰਨ ਦੁਆਰਾ ਹਿਰਦੇ ਦੀ ਇਕਾਗਰਤਾ ਜਿਤਨੀ ਗਹਿਰੀ ਹੁੰਦੀ ਚਲੀ ਜਾਏਗੀ, ਉਸ ਇਕਾਗਰਤਾ ਨਾਲ ਸੂਖਮ ਤਰੰਗੀ ਖੇਡਾਂ ਦਾ ਅਨੁਭਵ ਹੁੰਦਾ ਚਲਾ ਜਾਏਗਾ। ਬਹੁਤ ਕੁਝ ਹੈ ਸੂਖਸ਼ਮ ਤਰੰਗੀ ਵਿੱਚ, ਸੂਖਸ਼ਮ ਰੂਪ ਦੇ ਵਰਤਾਰੇ ਵਿੱਚ, ਜਿਹੜੇ ਨਾਮ ਸਿਮਰਨ ਦੁਆਰਾ ਆਪਣੀ ਮਨ ਦੀ ਵਿਰਤੀ ਨੂੰ ਇਕਾਗਰ ਕਰਨਾ ਸ਼ੁਰੂ ਕਰ ਦਿੰਦੇ ਨੇ। ਉਸ ਇਕਾਗਰਤਾ ਦੇ ਨਾਲ ਉਨਮਨੀ ਅਵਸਥਾ 'ਚ ਪਹੁੰਚ ਕੇ ਤਿੰਨਾਂ ਲੋਕਾਂ ਦੀਆਂ ਗੱਲਾਂ ਕਰਨ ਲੱਗ ਪੈਂਦੇ ਆ। ਤੋ ਤੀਨ ਲੋਕ ਕੀ ਬਾਤਾਂ ਕਹਿ,
ਇਹ ਇਕਾਗਰਤਾ ਕੇਵਲ ਹਰੀ ਨਾਮ ਦੇ ਸਿਮਰਨ ਦੁਆਰਾ ਹੋ ਸਕਦੀ ਹੈ। ਨਾਮ ਸਿਮਰਨ ਤੋਂ ਬਿਨਾਂ ਸੁਰਤੀ ਦੀ ਇਕਾਗਰਤਾ, ਮਨ ਦੀ ਇਕਾਗਰਤਾ ਨਹੀਂ ਬਣ ਸਕਦੀ। ਲੱਖ ਯਤਨ ਕਰ ਲਈ ਔਰ ਇਕਾਗਰਤਾ ਇਤਨੀ ਜ਼ਿਆਦਾ ਗਹਿਰੀ ਹੋ ਸਕਦੀ ਹੈ ਕਿ ਕੋਹਾਂ ਦੂਰ ਕੱਛੂ ਕੁੰਮੇ ਨੇ ਆਪਣੇ ਆਂਡੇ ਦਿੱਤੇ ਨੇ ਔਰ ਉਸ ਇਕਾਗਰਤਾ ਦੇ ਸਿਮਰਨ ਦੁਆਰਾ ਉਹਨਾਂ ਆਂਡਿਆਂ ਦੀ ਪਰਵਰਿਸ਼ ਕਰਕੇ ਬੱਚਿਆਂ ਨੂੰ ਕੱਢ ਕੇ ਆਪਣੇ ਤੱਕ ਕੱਛੂ ਕੁੰਮੀ ਖਿੱਚ ਲੈਂਦੀ ਆ ਪਾਣੀ ਵਿੱਚ। ਉਹ ਇਕਾਗਰਤਾ ਕਿ ਸਿਮਰਨ ਦੀ ਇਕਾਗਰਤਾ ਇਤਨੀ ਗਹਿਰੀ ਹੋ ਸਕਦੀ ਹੈ ਕਿ ਕਾਬਲ ਵਿੱਚ ਬੈਠੇ ਭਾਈ ਗੋਂਦਾ ਜੀ ਕੀਰਤਪੁਰ ਸਾਹਿਬ ਵਿੱਚ ਬੈਠੇ ਸਤਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਦੇ ਪਵਿੱਤਰ ਚਰਨਾਂ ਨੂੰ ਘੁੱਟ ਕੇ ਪਕੜ ਲੈਂਦੇ ਆ। ਸਿਮਰਨ ਦੀ ਇਕਾਗਰਤਾ ਕਿਤਨੀ ਗਹਿਰੀ ਹੋਵੇਗੀ। ਉਹ ਇਕਾਗਰਤਾ ਭਾਈ ਮੱਖਣ ਸ਼ਾਹ ਲੁਬਾਣੇ ਵਿੱਚ ਵੀ ਬਣੀ ਸੀ। ਸੈਂਕੜੇ ਮੀਲਾਂ ਦੇ ਪੰਧ ਤੇ ਸਮੁੰਦਰ ਵਿੱਚ ਧਸੇ, ਬਰੇਤੀ ਵਿੱਚ ਧਸੇ ਜਹਾਜ਼ ਦੇ ਵਿੱਚ ਜਦੋਂ ਇਸ ਇਕਾਗਰਤਾ ਨਾਲ ਨੌਵੇਂ ਪਾਤਸ਼ਾਹ ਦਾ ਧਿਆਨ ਧਾਰਿਆ ਤੇ ਬਾਬੇ ਬਕਾਲੇ ਤੋਂ ਮਹਾਰਾਜ ਜੀ ਪਹੁੰਚ ਕੇ ਉਸ ਦਾ ਬੇੜਾ ਬੰਨੇ ਲਾਉਂਦੇ ਹਨ। ਉਹ ਮਨ ਦੀ ਇਕਾਗਰਤਾ। ਇਕਾਗਰਤਾ ਜਿਤਨੀ ਗਹਿਰੀ ਹੋਵੇਗੀ ਸੂਖਮ ਤਰੰਗੀ ਖੇਡਾਂ ਓਨੀਆਂ ਹੀ ਜ਼ਿਆਦਾ ਸਮਝ ਵਿੱਚ ਆਉਣੀਆਂ ਸ਼ੁਰੂ ਹੋਣਗੀਆਂ। ਤੇ ਜੇ ਇਕਾਗਰਤਾ ਨਹੀਂ ਹੈ ਤਾਂ ਇਕਾਗਰਤਾ ਤੋਂ ਬਿਨਾਂ ਤਾਂ ਸਥੂਲ ਚੀਜ਼ਾਂ ਨੂੰ ਵੀ ਸਮਝਣਾ ਔਖਾ ਹੁੰਦਾ ਤੇ ਸੂਖਸ਼ਮ ਤਰੰਗਾਂ ਨੂੰ ਸਮਝਣ ਵਾਸਤੇ ਤਾਂ ਫਿਰ ਬਹੁਤ ਜ਼ਿਆਦਾ ਮਹੀਨਤਾ ਹੀ, ਬਹੁਤ ਜ਼ਿਆਦਾ ਇਕਾਗਰਤਾ ਚਾਹੀਦੀ ਹੈ। ਤੋ ਹਿਰਦੇ ਦੇ ਮਨ ਦੀ ਉਹ ਇਕਾਗਰਤਾ ਕੇਵਲ ਇੱਕੋ ਸਾਧਨ, ਇੱਕੋ ਤਰੀਕੇ ਦੁਆਰਾ ਹੋ ਸਕਦੀ ਹੈ, ਉਹ ਹੈ ਨਾਮ ਸਿਮਰਨ। ਕੋਈ ਆਖੇ ਕਿ ਨਾਮ ਜਪ ਕੇ ਕੀ ਮਿਲ ਜਾਣਾ, ਕੋਈ ਆਖੇ ਕਿ ਨਾਮ ਜਪਣ ਦਾ ਕੋਈ ਫਾਇਦਾ ਨਹੀਂ। ਮੈਂ ਕਹਿਣਾ ਕੋਈ ਫਾਇਦਾ ਨਾ ਹੋਵੇ। ਨਾਮ ਜਪਣ ਦੇ ਦੁਆਰਾ ਜੋ ਸਭ ਤੋਂ ਵੱਡੀ ਹਿਰਦੇ ਦੀ ਮਨ ਦੀ ਇਕਾਗਰਤਾ ਬਣਦੀ ਹੈ, ਇਸ ਇਕਾਗਰਤਾ ਤੋਂ ਵੱਡੀ ਦਾਤ ਹੀ ਕੋਈ ਨਹੀਂ ਦੁਨੀਆ ਵਿੱਚ। ਕੋਈ ਆਖੇ ਨਾਮ ਜਪ ਕੇ ਜੀ ਕੋਈ ਸੁੱਖ ਨਹੀਂ ਮਿਲਦਾ, ਨਾਮ ਜਪ ਕੇ ਜੀ ਅੱਗੇ ਪਰਲੋਕ ਵਿੱਚ ਕੋਈ ਸੁੱਖ, ਕੋਈ ਕਹੀ ਜਾਵੇ, ਕਹਿੰਦੇ ਨੇ ਲੋਕ, ਕਰਦੇ ਨੇ ਗੱਲਾਂ, ਇਹ ਤੋਤਾ ਰਟਨ ਹੈ, ਇਹਦਾ ਕੋਈ ਫਾਇਦਾ ਨਹੀਂ। ਕੋਈ ਫਾਇਦਾ ਨਾ ਹੋਵੇ ਪਰ ਸਭ ਤੋਂ ਵੱਡਾ ਫਾਇਦਾ ਹੈ, ਇੱਕੋ ਲਾਭ ਹੈ, ਉਹ ਹੈ ਮਨ ਦੀ ਇਕਾਗਰਤਾ। ਔਰ ਜਿਵੇਂ ਮਨ ਦੀ ਇਕਾਗਰਤਾ ਹੁੰਦੀ ਹੈ ਤਾਂ ਉਸ ਮਨ ਦੀ ਇਕਾਗਰਤਾ ਵਿੱਚੋਂ ਜਿਹੜੀਆਂ ਬਰਕਤਾਂ ਮਹਿਸੂਸ ਹੋਣ ਲੱਗਦੀਆਂ ਨੇ, ਫਿਰ ਪਤਾ ਲੱਗਦਾ ਹੈ ਕਿ ਇਸ ਨਾਮ ਦੀ ਮਹੱਤਤਾ ਕੀ ਹੈ, ਨਾਮ ਦੀ ਵਡਿਆਈ ਕੀ ਹੈ। ਉਸ ਅਵਸਥਾ ਵਿੱਚ ਪਹੁੰਚ ਕੇ ਧੰਨ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਨੇ ਜੋ ਅਨੁਭਵ ਕੀਤਾ ਹੈ, ਆ ਪਾਵਨ ਬਚਨ ਆਪਣੇ ਮੁਖਾਰ ਬਿੰਦ ਚੋਂ ਉਚਾਰ ਕੇ ਕਹੇ ਨੇ, ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ। ਸਿਮਰਤੀਆਂ ਵੇਦ ਪੁਰਾਣ, ਦੁਨੀਆ ਦੀਆਂ ਜਿਤਨੀਆਂ ਵੀ ਧਾਰਮਿਕ ਪੁਸਤਕਾਂ ਨੇ, ਧਰਮ ਗ੍ਰੰਥ ਨੇ, ਉਹ ਪੁਕਾਰ ਪੁਕਾਰ ਕੇ ਕਹਿ ਰਹੇ ਹਨ, ਨਾਮ ਬਿਨਾ ਸਭ ਕੂੜ ਗਾਲੇ ਹੋਛਿਆ। ਕਿ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਸਭ ਕੂੜ ਹੈ, ਝੂਠ ਹੈ। ਹਰੀ ਨਾਮ ਤੋਂ ਬਿਨਾਂ ਸਭ ਕੂੜ ਹੈ। ਸਿਮਰਤੀਆਂ, ਸ਼ਾਸਤਰ, ਵੇਦ, ਪੁਰਾਣ, ਧਾਰਮਿਕ ਪੁਸਤਕਾਂ, ਪੋਥੀਆਂ ਸਭ ਇਹੀ ਕਹਿ ਰਹੀਆਂ ਕਿ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਸਭ ਕੂੜ ਹੈ, ਝੂਠ ਹੈ। ਹਰੀ ਨਾਮ ਹੀ ਸੱਤ ਹੈ, ਉਹੀ ਸदैवी ਹੈ। ਸਤਨਾਮ, ਪਰਮੇਸ਼ਰ ਦਾ ਨਾਮ ਹੀ ਸੱਤ ਹੈ। ਤਦੇ ਸਾਹਿਬ ਕਹਿੰਦੇ, ਜਪ ਮਨ ਸਤਨਾਮ ਸਦਾ ਸਤਨਾਮ। ਜਪ ਮਨਾ ਇਹ ਸੱਚਾ ਨਾਮ ਜਪ ਜੋ ਸਦਾ ਹੀ ਸਤ ਹੈ, ਬਾਕੀ ਤਾਂ ਸਭ ਕੂੜ ਹੈ, ਝੂਠ ਹੈ। ਬਹੁ ਸ਼ਾਸਤਰ ਬਹੁ ਸਿਮਰਤੀ ਵੇਖੇ ਸਰਬ ਢੰਡੋਲ, ਪੁਜ ਸਦਾਹੀ ਹਰ ਹਰੇ ਨਾਨਕ ਨਾਮ ਅਮੋਲ।
ਹਰੀ ਨਾਮ ਦੇ ਤੁਲ ਕੁਝ ਵੀ ਨਹੀਂ। ਪਰਮੇਸ਼ਰ ਦੇ ਨਾਮ ਬਰਾਬਰ ਕੁਝ ਵੀ ਨਹੀਂ। ਨਾਮ ਤੁਲ ਨਹੀਂ ਸਮਸਰੇ, ਨਾਮ ਦੇ ਤੁਲ, ਨਾਮ ਦੇ ਬਰਾਬਰ ਤਾਂ ਕੁਝ ਵੀ ਨਹੀਂ। ਸਾਈ ਨਾਮ ਅਮੋਲ, 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 ਸਾਈ ਨਾਮ ਅਮੋਲ। ਕੀਮ ਨਾ ਕੋਈ ਜਾਣ ਦੋ, ਕੀਮ ਨਾ ਕੋਈ ਜਾਣ ਦੋ, ਕੀਮ ਨਾ ਕੋਈ ਜਾਣ ਦੋ, ਕੀਮ ਨਾ ਕੋਈ ਜਾਣ ਦੋ। ਹਰੀ ਨਾਮ ਸਭ ਤੋਂ ਸ੍ਰੇਸ਼ਟ ਤੇ ਸਰਵੋਤਮ ਹੈ। ਨਾਮ ਬਿਨਾ ਸਭ ਕੂੜ ਹੈ। ਬਾਕੀ ਨਾਮ ਬਿਨਾ ਜਿਹੜੀਆਂ ਗੱਲਾਂ ਕਰਨੀਆਂ ਹੋਛੀਆਂ, ਹੋਛੀਆਂ ਦਾ ਮਤਲਬ ਹੁੰਦਾ ਜਿਹਨਾਂ 'ਚ ਕੋਈ ਰਸ ਨਹੀਂ, ਕੋਈ ਆਨੰਦ ਨਹੀਂ। ਕਹਿ ਦਿੰਦੇ ਫਲਾਣਾ ਬੰਦਾ ਬੜਾ ਹੋਛਾ ਹੈ, ਬੜਾ ਹੀ ਹੋਛਾ, ਯਾਨੀ ਕਿ ਜਿਸ ਅੰਦਰ ਪ੍ਰੇਮ ਨਹੀਂ ਹੈ, ਰਸ ਨਹੀਂ, ਉਹਨੂੰ ਕਹਿੰਦੇ ਹੋਛਾ। ਹਰੀ ਨਾਮ ਤੋਂ ਬਿਨਾਂ ਜਿੰਨੀਆਂ ਵੀ ਬਾਤਾਂ ਨੇ, ਜਿੰਨੀਆਂ ਵੀ ਗੱਲਾਂ ਨੇ, ਸਭ ਹੋਛੀਆਂ ਨੇ। ਕੋਈ ਆਖੇ ਜੀ ਆਹ ਕੰਮ ਕਰੋ ਬੜਾ ਚੰਗਾ, ਆਹ ਕੰਮ ਕਰੋ ਆਹ ਵੀ ਬੜਾ ਚੰਗਾ, ਨਾਮ ਜਪਣ ਦਾ ਭਦੌਆ ਪਾਂਦੀ, ਉਹ ਕਹਿੰਦਾ ਸਭ ਹੋਛਾ ਹੈ। ਹਰੀ ਨਾਮ ਦੇ ਤੁਲ ਕੁਝ ਵੀ ਨਹੀਂ। ਨਾਮ ਨਿਧਾਨ ਅਪਾਰ, ਭਗਤਾ ਮਨ ਵਸੈ। ਵਾਹਿਗੁਰੂ ਪਰਮੇਸ਼ਰ ਦਾ ਨਾਮ ਸਾਰੀਆਂ ਨਿਧੀਆਂ ਦਾ ਖਜ਼ਾਨਾ ਹੈ, ਔਰ ਖਜ਼ਾਨਾ ਵੀ ਐਸਾ ਅਪਾਰ ਜਿਹਦਾ ਅੰਤ ਹੀ ਕੋਈ ਨਹੀਂ, ਜਿਸ ਦਾ ਅੰਤ ਹੀ। ਜਿਵੇਂ ਸਮੁੰਦਰ ਦਾ ਪਾਈਆ ਵੀ ਨਹੀਂ ਨਾ ਆਪਾਂ ਮਾਪ ਸਕਦੇ, ਪਾਈਆ ਮਾਪਣਾ ਹੋਵੇ ਸਮੁੰਦਰ ਦਾ, ਮਾਪ ਸਕਦੇ ਹਾਂ ਵੀ ਇੱਕ ਪਾਈਆ ਸਮੁੰਦਰ ਵਿੱਚੋਂ ਵੱਖਰਾ ਕੱਢ ਦਈਏ। ਤੇ ਪ੍ਰਮਾਤਮਾ ਇਹੋ ਜਿਹੇ ਕਰੋੜਾਂ ਸਮੁੰਦਰਾਂ ਦਾ ਦਾਤਾ ਹੈ, ਬਣਾਉਣ ਵਾਲਾ ਸਿਰਜਣਹਾਰ ਹੈ, ਉਹਦੇ ਖਜ਼ਾਨੇ ਵੀ ਅਪਾਰ ਨੇ, ਨਹੀਂ ਮਿਣੇ, ਇੱਕ ਪਾ ਭਰ ਵੀ ਨਹੀਂ ਮਿਣ ਸਕਦੇ। ਜਿੱਡਾ ਵੱਡਾ ਆਪ ਹੈ ਉਨੀਆਂ ਵੱਡੀਆਂ ਉਹਦੀਆਂ ਦਾਤਾਂ ਨੇ। ਔਰ ਇਹੋ ਜਿਹਾ ਜਿਹੜਾ ਨਾਮ ਦਾ ਖਜ਼ਾਨਾ ਹੈ, ਉਹ ਭਗਤਾਂ ਮਨ ਵਸੈ। ਰੱਬ ਦੇ ਪਿਆਰਿਆਂ ਭਗਤਾਂ ਦੇ ਮਨ ਵਿੱਚ ਵਸਦਾ ਹੈ। ਜਨਮ ਮਰਨ ਮੋਹ ਦੁਖ, ਸਾਧੂ ਸੰਗ ਨਸੈ। ਜਨਮ ਮਰਨ ਮੋਹ ਔਰ ਉਸ ਦਾ ਜਿਹੜਾ ਦੁੱਖ ਹੈ, ਪਾਤਸ਼ਾਹ ਕਹਿੰਦੇ ਸਾਰੇ ਦੁੱਖ ਸਾਧੂ ਸੰਗਤ ਕੀਤਿਆਂ ਨਸ ਜਾਂਦੇ ਨੇ, ਨਿਰਵਿਰਤ ਹੋ ਜਾਂਦੇ ਨੇ। ਜਨਮ ਮਰਨ ਮੋਹ, ਕਿਉਂਕਿ ਮੋਹ ਵੀ ਦੁੱਖ ਰੂਪ ਹੈ, ਮੋਹ ਵੀ ਦੁੱਖ ਦਿੰਦਾ। ਜਿੱਥੇ ਮੋਹ ਹੁੰਦਾ ਉੱਥੇ ਮਨ ਬੜਾ ਦੁਖੀ ਹੁੰਦਾ। ਹਰ ਵੇਲੇ ਮਨ ਉਸੇ ਪਾਸੇ ਆਲੇ ਦੁਆਲੇ ਘੁੰਮੀ ਜਾਂਦਾ ਜਿਹਦੇ ਨਾਲ ਮੋਹ ਹੁੰਦਾ ਨਾ, ਉਸੇ ਦਾ ਖਿਆਲ, ਉਸੇ ਦਾ ਚਿੰਤਨ। ਹਾਏ ਕਿਤੇ ਇਸ ਨੂੰ ਕੁਝ ਹੋਵੇ ਨਾ, ਹਾਏ ਕਿਤੇ ਇਹਨੂੰ ਕੋਈ ਸੇਕ ਨਾ ਲੱਗੇ, ਹਾਏ ਕਿਤੇ ਇਹ ਵਿਗੜ ਨਾ ਜਾਵੇ। ਉੱਥੇ ਹੀ ਕੋਲੂ ਦਾ ਬਲਦ ਹੁੰਦਾ ਨਾ, ਜਿਵੇਂ ਘੁੰਮੀ ਜਾਂਦਾ ਘੁੰਮੀ ਜਾਂਦਾ। ਆਪਣੇ ਭਾਣੇ ਤੇ ਉਹਨੇ ਬੜੀ ਲੰਮੀ ਯਾਤਰਾ ਕੀਤੀ, ਸਾਰੀ ਰਾਤ ਤੁਰਦਾ ਰਿਹਾ ਤੇ ਸਵੇਰ ਤੱਕ ਜਿਉਂ ਘੁੰਮਦਾ ਘੁੰਮਦਾ ਉੱਥੇ ਹੀ ਕਿੰਨਾ ਕੁ ਪੈਂਡਾ ਤੈਅ ਕੀਤਾ। ਮੋਹ ਇਹੋ ਜਿਹੀ ਜੰਜੀਰ ਹੈ, ਚਾਰ ਅਮਲੀ ਕਿਤੇ ਕਿਸ਼ਤੀ ਤੇ ਬਹਿ ਗਏ, ਰਾਤ ਦਾ ਸਮਾਂ ਸੀ। ਕਹਿੰਦੇ ਚਲੋ ਨਦੀ ਪਾਰ ਕਰੀਏ, ਚੱਪੂ ਮਾਰਨ ਲੱਗ ਪਏ। ਦੋ ਚੱਪੂ ਮਾਰ ਕੇ ਹੰਭ ਜਾਇਆ ਕਰਨ, ਦੂਜੇ ਦੋ ਫਿਰ ਵਾਰੀ ਵਾਰੀ ਲੱਗ ਜਾਇਆ ਕਰਨ। ਜਿਉਂ ਚੱਪੂ ਮਾਰਦੇ ਰਹੇ ਮਾਰਦੇ ਰਹੇ, ਰਾਤ ਸਾਰੀ ਬੀਤ ਗਈ। ਸਵੇਰੇ ਦਿਨ ਚੜ੍ਹਿਆ, ਲੋ ਲੱਗੀ।
ਤੇ ਲੱਗੀ ਲੋ ਦੇ ਵਿੱਚ ਉਹਨਾਂ ਦਾ ਥੋੜ੍ਹਾ ਜਿਹਾ ਨਸ਼ਾ ਵੀ ਮੱਧਮ ਜਿਹਾ ਪੈ ਗਿਆ। ਫਿਰ ਅੱਖਾਂ ਜੀਆਂ ਖੁੱਲ੍ਹੀਆਂ ਵੀ ਅਸੀਂ ਤਾਂ ਉੱਥੇ ਹੀ ਖੜ੍ਹੇ ਹਾਂ। ਉਹ ਕਹਿੰਦੇ ਕੀ ਗੱਲ? ਕਹਿੰਦੇ ਦਰਅਸਲ ਕਿਸ਼ਤੀ ਦਾ ਜਿਹੜਾ ਉਹ ਸੰਗਲ ਹੁੰਦਾ ਨਾ, ਲੰਗਰ ਜਿਹੜਾ ਕਿਨਾਰੇ 'ਤੇ ਬੰਨ੍ਹਿਆ ਹੁੰਦਾ ਰੱਸੀ, ਉਹ ਖੋਲ੍ਹੀ ਨਹੀਂ, ਚੱਪੂ ਜ਼ਰੂਰ ਮਾਰਦੇ ਰਹੇ। ਉਹ ਤਾਂ ਇੱਕ ਰਾਤ ਬੀਤੀ ਇੱਦਾਂ ਦੀਆਂ ਭਾਵੇਂ ਕਰੋੜਾਂ ਰਾਤਾਂ ਬਤੀਤ ਕਰ ਲੈਂਦਾ, ਕਦੇ ਨਾ ਪਹੁੰਚਦੇ। ਬਹੁਤ ਤਕਰੀਬਨ ਇਸੇ ਤਰ੍ਹਾਂ ਦੀ ਜੰਜੀਰ ਹੈ ਜਿਸ ਨਾਲ ਬੰਨਿਆ ਮਨੁੱਖ ਉੱਥੇ ਹੀ ਆਲੇ ਦੁਆਲੇ ਘੁੰਮੀ ਜਾਂਦਾ। ਉੱਥੇ ਗੱਡਾ ਹੁੰਦਾ ਨਾ, ਅੱਜ ਕੱਲ੍ਹ ਤਾਂ ਉਹ ਗੱਡੇ ਸਮਾਪਤ ਹੋ ਗਏ। ਉਹ ਦੋ ਬੈਲਾਂ ਵਾਲੇ, ਉਹਨੂੰ ਕੋਈ ਜੁੱਲਾ ਬੰਨਿਆ ਹੁੰਦਾ ਸੀ, ਸੱਜੇ ਖੱਬੇ ਦੋ ਬੈਲ ਲੱਗੇ ਹੋਣੇ। ਉਹ ਗੱਡਾ ਬੜੀ ਦੂਰ ਤੱਕ ਘੁੰਮ ਘੁੰਮ ਕੇ ਆਉਂਦਾ ਸੀ, ਪਰ ਉਹ ਜਿਹੜਾ ਜੁੱਲਾ ਸੀ ਉੱਥੇ ਹੀ ਰਹਿੰਦਾ ਸੀ ਗੱਡੇ ਦੇ ਨਾਲ। ਗੱਡਾ ਤਾਂ ਘੁੰਮਦਾ ਪਰ ਉਹ ਜੁੱਲਾ ਉੱਥੇ ਹੀ ਹੈ। ਆਪ ਗੱਢਿਓ ਜੈਸੇ, ਆਪ ਬੰਧਿਓ ਜੈਸੇ ਗੱਡ ਕੋ ਜੁੱਲਾ, ਉੱਥੋਂ ਨਹੀਂ ਸੀ ਨਿਕਲਦਾ ਉਹ ਬਾਹਰ। ਉਹ ਉੱਥੇ ਗੱਡੇ ਦੇ ਨਾਲ ਹੀ ਜੁੜਿਆ ਰਹਿੰਦਾ। ਇਸੇ ਤਰ੍ਹਾਂ ਮੋਹ ਦੀ ਜਿਹੜੀ ਪ੍ਰਵਿਰਤੀ ਹੈ, ਉਹ ਜਿਸ ਚੀਜ਼ ਨਾਲ, ਜਿਸ ਸ਼ੈ ਨਾਲ ਮੋਹ ਹੋਵੇਗਾ, ਉਹ ਚਾਹੇ ਚੇਤਨ ਨਾਲ ਹੋ ਜਾਏ ਚਾਹੇ ਜੜ ਨਾਲ ਹੋ ਜਾਏ। ਮੋਹ ਕੇਵਲ ਚੇਤਨ ਨਾਲ ਹੀ ਨਹੀਂ ਹੁੰਦਾ ਕਿ ਬੱਚੇ ਧੀਆਂ ਪੁੱਤਰਾਂ ਨਾਲ ਹੀ, ਚੇਤਨ ਨਾਲ ਹੀ ਨਹੀਂ ਹੁੰਦਾ। ਕਈਆਂ ਦਾ ਪਸ਼ੂਆਂ ਨਾਲ ਵੀ ਮੋਹ ਹੁੰਦਾ, ਉਹ ਵੀ ਚੇਤਨ ਨੇ। ਕਿਸੇ ਦਾ ਕੁੱਤੇ ਨਾਲ ਇੰਨਾ ਮੋਹ ਹੁੰਦਾ, ਬਿੱਲੀਆਂ ਦੇ ਨਾਲ ਇੰਨਾ ਮੋਹ ਹੁੰਦਾ। ਅਰਬਾਂ ਖਰਬਾਂ ਰੁਪਈਆ ਇੱਕ ਇਹੋ ਜਿਹਾ ਡਾਂਸਰ ਮਰ ਗਿਆ, ਉਹ ਬਿੱਲੀ ਦੇ ਨਾਂ ਹੀ ਲਾ ਗਿਆ ਆਪਣੀ ਸਾਰੀ ਜਾਇਦਾਦ। ਤੋ ਮੋਹ ਕੇਵਲ ਚੇਤਨ ਦਾ, ਜੜ ਚੀਜ਼ਾਂ ਨਾਲ ਵੀ ਮੋਹ ਹੁੰਦਾ। ਜੜ ਵਸਤੂਆਂ, ਮਕਾਨ ਜੜ ਹੈ, ਗੱਡੀਆਂ ਜੜ ਨੇ, ਜ਼ਮੀਨਾਂ ਜਾਇਦਾਦਾਂ ਜੜ ਨੇ। ਤੋ ਉਹਨਾਂ ਨਾਲ ਵੀ ਤਾਂ ਮੋਹ ਹੁੰਦਾ, ਉੱਥੇ ਹੀ ਘੁੰਮੀ ਜਾਣਾ। ਇਹ ਜਿਹੜਾ ਮੋਹ ਹੈ ਇਹ ਦੁਖਦਾਈ ਹੈ। ਸਾਧ ਸੰਗਤ ਦਾ ਪ੍ਰਤਾਪ ਕੀ ਹੈ? ਜਿੱਥੇ ਆਪਾਂ ਜੁੜ ਕੇ ਬੈਠੇ ਹਾਂ, ਜਿੰਨੇ ਚਿਰ ਲਈ ਬੈਠੇ ਹਾਂ ਓਨੇ ਚਿਰ ਵਾਸਤੇ ਘੱਟੋ ਘੱਟ ਉਸ ਦੁੱਖ ਤੋਂ ਬੰਦ ਖਲਾਸੀ ਹੁੰਦੀ ਹੈ। ਘੱਟੋ ਘੱਟ ਉਹਨਾਂ ਚਿਰ ਤਾਂ ਭੁੱਲਿਆ ਹੋਇਆ ਨਾ ਸਭ ਕੁਝ। ਹਾਂ, ਇਹ ਗੱਲ ਵੱਖਰੀ ਹੈ ਕਿ ਕਿਸੇ ਦੇ ਚਿੱਤ ਦੇ ਵਿੱਚ ਇੱਥੇ ਬੈਠਿਆਂ ਵੀ ਸਿਮਰਤੀ ਉਹੀ ਚੱਲਦੀ ਹੋਵੇ, ਉਹ ਵੱਖਰੇ ਹੈ, ਪਰ ਬਹੁਤੇ ਰਸ ਵੀ ਲੈਂਦੇ ਹਨ। ਕਿ ਜਿੰਨਾ ਸਮਾਂ ਗੁਰੂ ਪਾਤਸ਼ਾਹ ਦੀ ਹਜ਼ੂਰੀ 'ਚ ਬੈਠੇ ਆ, ਉਹਨਾਂ ਚਿਰ ਗੁਰੂ ਦੇ ਹੋ ਕੇ ਬੈਠੀਏ। ਘਰ ਦੇ ਨਹੀਂ ਹੋ ਕੇ ਬੈਠਣਾ, ਪਰਿਵਾਰ ਦੇ ਨਹੀਂ ਹੋ ਕੇ ਬੈਠਣਾ। ਜਿੰਨਾ ਚਿਰ ਬੈਠੇ ਆ ਗੁਰੂ ਕੀ ਹਜ਼ੂਰੀ 'ਚ, ਗੁਰੂ ਕੇ ਹੋ ਕੇ। ਇੱਥੋਂ ਜਾ ਕੇ ਫਿਰ ਘਰ ਹੀ ਸਾਂਭਣਾ, ਗ੍ਰਸਤੀਆਂ, ਕੰਮ ਧੰਦੇ ਵੀ ਸਾਂਭਣੇ ਆ, ਨੌਕਰੀਆਂ ਪੇਸ਼ੇ ਦੁਕਾਨਾਂ ਸਾਂਭਣੀਆਂ ਨੇ। ਪਰ ਜਿੰਨਾ ਚਿਰ ਸਾਧ ਸੰਗਤ ਵਿੱਚ ਬੈਠੇ ਆ, ਓਨੀ ਦੇਰ ਤੱਕ ਗੁਰੂ ਦੇ ਹੋ ਕੇ। ਵਿੱਚ ਵਿਚਾਲੇ ਵਾਲੀ ਜੀ ਗੱਲ ਨਾ ਹੋਵੇ, ਨਾ ਉੱਧਰ ਦੇ ਨਾ ਇੱਧਰ ਦੇ। ਪੰਡਿਤ ਗੁਲਾਬ ਸਿੰਘ ਜੀ ਕਹਿੰਦੇ ਆ, ਕਹਿੰਦੇ ਹੇ ਰੱਬਾ, ਜਾਂ ਤਾਂ ਰਾਜ ਭਾਗ ਦੇ ਦੇ, ਮੇਰੇ ਦਰਵਾਜ਼ੇ ਤੇ ਸਵੇਰੇ ਭੱਟ ਤੇ ਨਕੀਬ ਬੋਲਣ। ਪੁਰਾਣੇ ਸਮੇਂ ਜਿਹੜੇ ਅਲਾਰਮ ਹੁੰਦੇ ਸੀ, ਉਹ ਭੱਟ ਤੇ ਨਕੀਬ ਹੁੰਦੇ ਸੀ ਰਾਜਿਆਂ ਦੇ ਦਰਵਾਜ਼ਿਆਂ ਤੇ। ਉਹ ਬਣਾ ਬਣਾ ਸਵਈਏ ਤੇ ਕਬਿਤ ਗਾਉਂਦੇ ਸਨ, ਉਠੋ ਸ਼ਹਿਨਸ਼ਾਹ ਰਾਜਾਨ ਰਾਜ, ਜਾਗੋ। ਤੇ ਜੇ ਮਹਾਰਾਜ ਆ ਕੁਝ ਨਹੀਂ ਦੇਣਾ, ਤੇ ਫਿਰ ਕੇਵਲ ਤਾਂ ਕੇਵਲ ਇੱਕ ਦਰਖਤਾਂ ਦੀ ਛਾਂ ਥੱਲੇ ਕੂਲੇ ਜੇ ਘਾਹ ਦੇ ਉੱਤੇ ਪਿਆ ਹੋਵਾਂ, ਤੇ ਸਵੇਰੇ ਜਦੋਂ ਪੰਛੀ ਬੋਲਣ ਤੇ ਉਹ ਬੋਲ ਕੇ ਮੈਨੂੰ ਉਠਾਉਣ। ਉਹ ਮੇਰੇ ਨਕੀਬ ਬਣ ਜਾਣ, ਪੰਛੀ ਨਕੀਬ ਬਣ ਜਾਣ, ਉਹ ਭੱਟ ਬਣ ਜਾਣ। ਯਾ ਜਿਹੜਾ ਵਿੱਚ ਵਿਚਾਲੇ ਜੇ ਵਾਲਾ ਕੰਮ ਹੈ ਨਾ, ਇਹ ਠੀਕ ਨਹੀਂ। ਉਹ ਕਹਿੰਦੇ ਜਾਂ ਬਗੰਬਰ ਦੇ ਦੇ ਜਾਂ ਰੇਸ਼ਮ ਦੇ ਕੱਪੜੇ ਦੇ ਦੇ। ਯਾਨੀ ਕਿ ਜਦੋਂ ਇੱਕ ਪਾਸੇ ਜੁੜਿਆ ਤਾਂ ਇੱਕ ਪਾਸੇ ਹੀ। ਸਾਧ ਸੰਗਤ ਦੀ ਇਹ ਬਰਕਤ ਹੈ ਕਿ ਸਾਧ ਸੰਗਤ ਦੇ ਦੁਆਰਾ
ਇਹ ਜਿਹੜਾ ਦੁੱਖ ਹੈ ਮੋਹ ਦਾ, ਜਨਮ ਦਾ, ਮਰਨ ਦਾ, ਮਹਾਰਾਜ ਜੀ ਕਹਿੰਦੇ ਇਹ ਬਿਨਸ ਜਾਂਦਾ ਹੈ। ਰਹਾਉ ਮੋਹੇ ਬਾਦ ਅਹੰਕਾਰ ਸਰ ਪਰ ਰੁੰਨਿਆ। ਮੋਹ, ਵਾਦ ਵਿਵਾਦ ਕਰਨੇ ਵਿਅਰਥ, ਹੰਕਾਰੀ ਬਿਰਤੀ ਰੱਖਣੀ, ਇੱਦਾਂ ਦੇ ਜਿਹੜੇ ਲੋਕ ਨੇ ਉਹਨਾਂ ਦੇ ਸਿਰ 'ਤੇ ਹਮੇਸ਼ਾ ਰੋਣਾ ਧੋਣਾ ਹੀ ਪਿਆ ਰਹਿੰਦਾ। ਸਰ ਪਰ ਰੁੰਨਿਆ, ਉਹ ਸਦਾ ਰੋਂਦੇ ਧੋਂਦੇ ਹੀ ਰਹਿੰਦੇ ਆ। ਉਹਨਾਂ ਦੇ ਕੋਲੋਂ ਹਮੇਸ਼ਾ ਹਾਏ ਦੁਹਾਈ ਦੀ ਆਵਾਜ਼ ਹੀ ਸੁਣਾਈ ਦਿੰਦੀ। ਖਾਂਦੇ ਪੀਂਦੇ ਵੀ ਦੁਖੀ ਨੇ। ਹਾਂਜੀ। ਸੁਖ ਨਾ ਪਾਇਨ ਮੂਲ ਨਾਮ ਵਿਛੁੰਨਿਆ। ਹਰੀ ਨਾਮ ਤੋਂ ਵਿਛੜ ਕੇ ਮੂਲੋਂ ਸੁੱਖ ਨਹੀਂ ਮਿਲੇਗਾ। ਮੂਲੋਂ ਦਾ ਮਤਲਬ ਜਮਾ ਹੀ ਸੁੱਖ ਨਹੀਂ ਮਿਲਣਾ, ਕਿਉਂਕਿ ਸੁੱਖ ਪਦਾਰਥਾਂ 'ਚ ਹੁੰਦਾ ਤਾਂ ਸਾਰੇ ਸੁਖੀ ਹੁੰਦੇ। ਹਰੀ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਮੂਲੋਂ ਹੀ ਸੁੱਖ ਦੀ ਪ੍ਰਾਪਤੀ ਨਹੀਂ ਹੋਣੀ। ਮੇਰੀ ਮੇਰੀ ਤਾਰ ਬੰਧਨ ਬੰਧਿਆ। ਮੇਰੀ ਆ ਵੀ ਮੇਰਾ, ਆ ਵੀ ਮੇਰਾ, ਮੇਰੀ ਮੇਰੀ ਦੀ ਧਾਰਨਾ ਬਣਾ ਕੇ ਉਸੇ ਬੰਧਨ 'ਚ ਬੰਨਿਆ ਰਹਿੰਦਾ, ਉਸੇ ਬੰਧਨ 'ਚ। ਇੱਕ ਤਿੱਤਰ ਜ਼ਮੀਨ ਦੇ ਉੱਤੇ ਮੰਡਰਾਈ ਜਾਵੇ, ਕਲਗੀਧਰ ਪਾਤਸ਼ਾਹ ਕਹਿੰਦੇ ਨੂੰ ਫੜ ਕੇ ਲਿਆਓ। ਕਾਣਾ ਹੋਵੇਗਾ, ਇਹਦੀ ਅੱਖ ਨਹੀਂ ਹੈ। ਸਿੰਘ ਫੜ ਕੇ ਲਿਆਏ, ਵਾਕਈ ਕਾਣਾ ਸੀ। ਮਹਾਰਾਜ ਜੀ ਨੇ ਜਦੋਂ ਇਹ ਚੋਜ ਵਰਤਾਇਆ, ਸਿੰਘ ਪੁੱਛਦੇ ਕੌਣ? ਮਹਾਰਾਜ ਜੀ ਕਹਿੰਦੇ ਇਸੇ ਜ਼ਮੀਨ ਦਾ ਮਾਲਕ ਸੀ, ਉੱਤੇ ਤਿੱਤਰ ਬਣ ਕੇ ਭਟਕੀ ਜਾਂਦਾ, ਹਾਲੇ ਵੀ ਨਹੀਂ ਛੱਡਦਾ। ਪਹਿਲਾਂ ਬੰਨੇ ਖੋਤਰ ਖੋਤਰ ਕੇ ਨਾ ਇੱਕ ਦੂਜੇ ਦੇ, ਵੀ ਜੋ ਉੱਧਰਲੇ ਵਾਲੇ ਨੇ ਆਖਿਆ ਵੀ ਚੱਲ ਥੋੜ੍ਹਾ ਬਹੁਤਾ ਘਾਹ ਆ ਮਾੜਾ ਜਿਹਾ, ਤਵੀ ਇੱਧਰ ਨੂੰ ਨਾਲ ਕਰਕੇ ਵਾਹ ਦਿੰਦੇ ਆ। ਇਹਨੇ ਆਖਿਆ ਉਹਨੇ ਵੱਟ ਵਾਹੀ ਆ ਅਤੇ ਮੈਂ ਇੱਧਰੋਂ ਹੋਰ ਥੋੜ੍ਹੀ ਜਿਹੀ ਛਿੱਲ ਦਿਆਂ, ਟੁਰਨ ਜੋਗੇ ਵੀ ਨਹੀਂ ਛੱਡਦੇ। ਆਦਤ ਬਣੀ ਹੁੰਦੀ ਹੈ ਵੀ ਜੇ ਉਹ ਕਿਤੇ ਮਾੜਾ ਜਿਹਾ 5-4 ਇੰਚ ਇੱਧਰ ਆਵੇ, 10 ਇੰਚ ਉੱਧਰ ਨੂੰ ਜਾਂਦਾ। ਹੁਣ ਇੱਥੇ ਹੀ ਭਟਕਦਾ ਫਿਰਦਾ ਤਿੱਤਰ ਬਣ ਕੇ। ਮੇਰੀ ਮੇਰੀ ਧਾਰ, ਜਿੱਥੇ ਕਿਤੇ ਮਮਤਾ ਜਾਂ ਮੈਂ ਮੇਰੀ ਦੀ ਬਿਰਤੀ ਬਣ ਜਾਂਦੀ ਆ, ਉੱਥੇ ਹੀ ਭਟਕਦਾ ਰਹਿੰਦਾ। 9ਵੇਂ ਪਾਤਸ਼ਾਹ ਜਦੋਂ ਦਿੱਲੀ ਗਏ ਨੇ ਸ਼ਹੀਦੀ ਦੇਣ ਲਈ, ਤਾਂ ਮੇਰੇ ਸਾਹਿਬ ਗੁਰਦੇਵ ਨੂੰ ਇੱਕ ਹਵੇਲੀ 'ਚ ਰੱਖਿਆ ਗਿਆ। ਹਵੇਲੀ ਬੜੀ ਡਰਾਉਣੀ ਸੀ, ਦਹਿਸ਼ਤ ਸੀ ਉਸ ਹਵੇਲੀ ਦੇ ਨੇੜਿਓਂ। ਕੋਈ ਰਾਤ ਦੇ ਸਮੇਂ ਲੰਘਦਾ ਨਹੀਂ ਸੀ ਵੀ ਇੱਥੇ ਪ੍ਰੇਤ ਰਹਿੰਦਾ, ਬੜਾ ਭਿਆਨਕ। ਸਤਿਗੁਰੂ ਗਏ, ਕੱਲਿਆਂ ਨੂੰ ਰੱਖਿਆ ਵੀ ਡਰ ਕੇ ਸਾਡੀ ਗੱਲ ਮੰਨ ਲੈਣਗੇ, ਪਰ ਸਾਹਿਬ ਤਾਂ ਪਸ਼ੂ ਪ੍ਰੇਤ ਮੁਗਧ ਕੋ ਤਾਰਨ ਦੀ ਅਵਸਥਾ ਰੱਖਦੇ ਨੇ। ਉਹ ਪ੍ਰੇਤ ਰਾਤ ਨੂੰ ਗੁਰੂ ਚਰਨਾਂ ਵਿੱਚ ਹਾਜ਼ਰ ਹੋਇਆ, ਨਮਸਕਾਰ ਕੀਤੀ, ਵਾਕਈ ਪ੍ਰੇਤ ਸੀ। ਸਾਹਿਬ ਪੁੱਛਿਆ ਕੌਣ ਹੈ? ਕਹਿੰਦਾ ਜੀ ਇਸੇ ਹਵੇਲੀ ਦਾ ਮਾਲਕ ਮੈਂ ਬਣਾਈ ਸੀ। ਮੋਹ ਸੋਚਿਆ ਵੀ ਬਣਾਉਂਦਾ ਰਹਿ ਗਿਆ, ਹੰਡਾਣੀ ਨਸੀਬ ਨਹੀਂ ਹੋਈ, ਇਸੇ ਸੋਚ 'ਚ ਮਰ ਗਿਆ। ਹੁਣ ਇੱਥੇ ਹੀ ਭਟਕਦਾ ਫਿਰਦਾ ਹਵੇਲੀ 'ਚ। ਮਹਾਰਾਜ ਉਹਦੇ ਬਚਨ ਭਗਤ ਜੀ ਨੇ ਵੀ ਕਹੇ ਨੇ, ਅੰਤ ਕਾਲ ਜੋ ਮੰਦਰ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਪ੍ਰੇਤ ਜੋਨ ਬਲ ਬਲ ਉਤਰੈ। ਭਗਤ ਜੀ ਦੇ ਵੀ ਬਚਨ ਨੇ ਰਾਗ ਗੁਜਰੀ ਵਿੱਚ। ਤੋ ਐਸਾ ਹੀ ਹੁੰਦਾ, ਜਿੱਥੇ ਮੈਂ ਮੇਰੀ ਦੀ ਬਿਰਤੀ ਬਣ ਜਾਂਦੀ, ਉਸੇ ਬੰਧਨ ਵਿੱਚ ਬੰਨਿਆ ਉੱਥੇ ਹੀ ਭਟਕਦਾ ਰਹਿੰਦਾ। ਉਹ ਜਿਵੇਂ ਕੋਹਲੂ ਦੇ ਬੈਲ ਦੀ ਮੈਂ ਉਦਾਹਰਣ ਦਿੱਤੀ ਨਾ, ਉੱਥੇ ਹੀ ਘੁੰਮਦਾ ਰਹਿੰਦਾ ਆਲੇ ਦੁਆਲੇ। ਹਾਂਜੀ। ਨਰਕ ਸੁਰਗ ਅਵਤਾਰ ਮਾਇਆ ਤੰਧਿਆ। ਆਪਣੇ ਕੀਤੇ ਕਰਮਾਂ ਕਰਕੇ ਨਰਕ, ਕਦੇ ਸਵਰਗ। ਅਵਤਾਰ ਦਾ ਮਤਲਬ ਕਦੇ ਜੰਮਦਾ, ਜਨਮ ਲੈਂਦਾ, ਉਹ ਵੀ ਆਪਣੇ ਕੀਤੇ। ਜਨਮ ਕਿਸ ਤਰ੍ਹਾਂ ਦਾ ਮਿਲਦਾ, ਕਿਸ ਜੂਨੀ ਦਾ ਮਿਲਦਾ, ਕਿਸ ਜੂਨ ਦੇ ਵਿੱਚ ਪ੍ਰਵਿਰਤ ਹੁੰਦਾ, ਇਹ ਪਰਮੇਸ਼ਰ ਜਾਣੇ। ਉਹ ਇਹਦੇ ਕਰਮਾਂ ਦੇ ਉੱਤੇ ਨਿਰਭਰ ਹੈ ਜੀਵ ਦਾ। ਬਸ ਇਸੇ ਦੇ ਵਿੱਚ ਲੱਗਾ ਹੋਇਆ
ਮਾਇਆ ਦੇ ਧੰਦਿਆਂ ਵਿੱਚ ਹੀ ਖਚਤ ਰਹਿੰਦਾ ਮਨਮੁਖ। ਸੋਧਤ ਸੋਧਤ ਸੋਧ ਤਤ ਵਿਚਾਰਿਆ। ਸੋਧਦਿਆਂ ਸੋਧਦਿਆਂ ਯਾਨੀ ਕਿ ਵਿਚਾਰ ਕਰਦਿਆਂ ਕਰਦਿਆਂ, ਵਿਚਾਰ ਜਿਵੇਂ ਜਿਵੇਂ ਵਿਚਾਰਦੇ ਚਲੇ ਜਾਂਦੇ ਆ, ਵਿਚਾਰ ਵੀ ਸੂਖਸ਼ਮ ਹੁੰਦੀ ਚਲੀ ਜਾਂਦੀ। ਅਸੀਂ ਜਪਜੀ ਸਾਹਿਬ ਦਾ ਪਾਠ ਕਰਕੇ ਵਿਚਾਰਨ ਕਰਕੇ ਸ਼ੁਰੂ ਕਰ ਦਈਏ ਵੀ ਵਿਚਾਰ ਕੇ ਪੜ੍ਹਨਾ। ਅੱਜ ਜੋ ਵਿਚਾਰ ਤੁਸੀਂ ਕਰ ਰਹੇ ਹੋ, ਕੱਲ੍ਹ ਨੂੰ ਹੋਰ, ਪਰਸੋਂ ਨੂੰ ਹੋਰ, ਚੌਥੇ ਨੂੰ ਹੋਰ, ਜਿਵੇਂ ਜਿਵੇਂ ਵਿਚਾਰਦੇ ਜਾਓਗੇ ਜਪਜੀ ਸਾਹਿਬ ਦੀ ਬਾਣੀ ਦੀ ਵਿਚਾਰ ਉਤਨੀ ਡੂੰਘੀ ਹੋਰ ਹੁੰਦੀ ਚਲੀ ਜਾਏਗੀ। ਸੋਚਾਂਗੇ ਵੀ ਸ਼ਾਇਦ ਅੱਜ ਪੂਰਾ ਸਮਝ ਆ ਗਿਆ, ਅਗਲੇ ਦਿਨ ਫਿਰ ਕੋਈ ਨਵੀਂ ਗੱਲ ਸਮਝ ਆਉਂਦੀ, ਉਸ ਤੋਂ ਅਗਲੇ ਦਿਨ ਫਿਰ ਨਵੀਂ। ਬਾਸ਼ਰਤ ਹੈ ਜੇ ਇਕਾਗਰਤਾ ਬਣੀ ਹੋਵੇ ਤਾਂ, ਜੇ ਮਨ ਟਿਕਿਆ ਹੋਵੇ ਬਾਣੀ ਪੜ੍ਹਦੇ ਆ ਫਿਰ ਪਤਾ ਲੱਗਦਾ। ਨਹੀਂ ਤਾਂ ਖਾਨਾ ਪੂਰਤੀ ਲਈ ਤਾਂ ਭਾਵੇਂ ਅਸੀਂ ਪੜ੍ਹ ਲਈਏ, ਪਰ ਮੈਂ ਇਹ ਨਹੀਂ ਕਹਿੰਦਾ ਵੀ ਲਾਭ ਨਹੀਂ, ਲਾਭ ਉਹਦਾ ਵੀ ਹੋਵੇਗਾ ਕਦੇ ਤਾਂ ਵਿੱਚ ਕਿਤੇ ਨਾ ਕਿਤੇ ਕਿਸੇ ਪੰਕਤੀ ਤੇ ਮਨ ਇਕਾਗਰ ਹੁੰਦਾ ਹੀ ਹੋਣਾ ਨਾ। ਐਸਾ ਤਾਂ ਨਹੀਂ ਵੀ ਸਾਰਾ ਜਪਜੀ ਸਾਹਿਬ ਬਿਨਾਂ ਧਿਆਨ ਤੋਂ ਪੜ੍ਹ ਦਿੱਤਾ, ਕਿਤੇ ਨਾ ਕਿਤੇ ਇਕਾਗਰਤਾ ਤਾਂ ਬਣੀ ਹੋਵੇਗੀ। ਜਿੱਥੇ ਕਿਤੇ ਇੱਕ ਪੰਕਤੀ ਵਿੱਚ ਵੀ ਇਕਾਗਰਤਾ ਬਣ ਜਾਏ ਔਰ ਉਹਦਾ ਸਵਾਦ ਆ ਜਾਏ, ਉਹ ਸਵਾਦ ਸਾਰਾ ਦਿਨ ਬਣਿਆ ਰਹਿੰਦਾ, ਉਹਦਾ ਰਸ ਬਣਿਆ ਰਹਿੰਦਾ। ਤੇ ਜੇ ਇਕਾਗਰਤਾ ਨਾ ਹੋਵੇ ਤੇ ਫਿਰ ਗੱਲ ਵੀ ਨਹੀਂ ਬਣਦੀ। ਤੇ ਪਰ ਇਹ ਵੀ ਨਹੀਂ ਕਹਿੰਦੇ ਪੂਰੇ ਪਾਠ ਤੇ ਇਕਾਗਰਤਾ ਬਣੇਗੀ। ਹਾਂ, ਅਭਿਆਸ ਹੈ, ਜਿਵੇਂ ਜਿਵੇਂ ਅਭਿਆਸ ਪੱਕਦਾ ਜਾਂਦਾ ਪੂਰਨ ਤੇ ਵੀ ਇਕਾਗਰਤਾ ਹੋ ਜਾਂਦੀ ਹੈ। ਤੋ ਵਿਚਾਰ ਵੀ ਸੂਖਸ਼ਮ ਹੁੰਦੇ ਨੇ ਸਮੇਂ ਦੇ ਨਾਲ। ਇੱਕ ਬੱਚੇ ਦੇ ਵਿਚਾਰਾਂ ਵਿੱਚ ਓਨੀ ਗਹਿਰਾਈ ਨਹੀਂ ਹੁੰਦੀ, ਜਿਵੇਂ ਜਿਵੇਂ ਉਹ ਪਰੋੜ ਹੁੰਦਾ ਚਲਿਆ ਜਾਂਦਾ, ਉਹਦੀ ਬੁੱਧੀ ਦਾ ਲੈਵਲ ਪਰੋੜ ਹੁੰਦਾ ਚਲਿਆ ਜਾਂਦਾ, ਉਹ ਵਿਚਾਰ ਸਮਝਣ ਲੱਗ ਪੈਂਦਾ, ਫਿਰ ਉਹ ਡੂੰਘੇ ਹੁੰਦੇ ਚਲੇ ਜਾਂਦੇ। ਅਧਿਆਤਮਿਕ ਜਗਤ ਦੇ ਵਿੱਚ ਵੀ ਜਦੋਂ ਅਸੀਂ ਬ੍ਰਹਮ ਵਿਚਾਰ ਕਰਦੇ ਹਾਂ, ਗੁਰਬਾਣੀ ਦੇ ਵਿਚਾਰ ਕਰਦੇ ਹਾਂ, ਪਹਿਲਾਂ ਬੱਚੇ ਦੇ ਮਨਿੰਦੇ ਟੁਰਦੇ ਹਾਂ, ਬਿਲਕੁਲ ਕੁਝ ਨਹੀਂ ਸਮਝ ਆਉਂਦੀ, ਬਿਲਕੁਲ ਹੀ ਨਹੀਂ ਸਮਝ ਆਉਂਦੀ। ਤੇ ਆਖੀਏ ਵੀ ਹੁਣੇ ਆਵੇ ਸਮਝ, ਜੇ ਸਮਝ ਨਹੀਂ ਆਉਂਦੀ ਤੇ ਕੀ ਫਾਇਦਾ ਪੜ੍ਹਨ ਦਾ। ਕਹਿੰਦੇ ਨੇ ਅਕਸਰ ਬਹੁਤ ਸਾਰੇ, ਜੇ ਸਮਝ ਨਹੀਂ ਆਉਂਦੀ ਬਾਣੀ ਦੀ ਤੇ ਮੈਂ ਤਾਂ ਪੜ੍ਹਨੀ ਛੱਡ ਦਿੱਤੀ ਵੀ ਸਮਝ ਨਹੀਂ ਆਉਂਦੀ। ਇਹ ਗੱਲ ਜੇ ਬੱਚੇ ਨੂੰ ਸਿਖਾਈ ਹੁੰਦੀ ਵੀ ਤੂੰ ਹੁਣ ਸ਼ੁਰੂ ਵਿੱਚ ਜਾ ਰਿਹਾ, ਨਰਸਰੀ ਵਿੱਚ ਜਾ ਰਿਹਾ, ਵੀ ਤੂੰ ਇਹ ਪੜ੍ਹਾਈ ਤੈਨੂੰ ਹੁਣ ਸਮਝ ਨਹੀਂ ਆਉਂਦੀ, ਉਹ ਬੱਚਾ ਕਹੇ ਜੀ ਮੇਰੇ ਤਾਂ ਸਮਝ ਨਹੀਂ ਪੈਂਦੀ, ਪੱਲੇ ਨਹੀਂ ਪੈਂਦੀ, ਤੇ ਆਪਾਂ ਕਹਿੰਦੇ ਆ ਵੀ ਤੈਨੂੰ ਹੁਣੇ ਆ ਜਾਏਗੀ ਸਮਝ। ਉੱਥੇ ਇਹ ਗੱਲ ਕਹਿੰਦੇ ਆ। ਤੇ ਧਾਰਮਿਕ ਰੂਪ ਦੇ ਵਿੱਚ ਗੁਰਬਾਣੀ ਪੜ੍ਹਦੇ ਆ, ਸਾਨੂੰ ਗੱਲ ਖਾਨੇ 'ਚ ਕਿਉਂ ਨਹੀਂ ਪੈਂਦੀ, ਵੀ ਇੱਥੇ ਵੀ ਉਹੀ ਗੱਲ ਹੈ। ਇਹ ਤਾਂ ਬੜੀ ਉੱਚੀ ਸਰਵੋਤਮ, ਉਹ ਤਾਂ ਫਿਰ ਆਮ ਪੜ੍ਹਾਈਆਂ ਨੇ ਦੁਨਿਆਵੀ, ਇਹ ਤਾਂ ਬ੍ਰਹਮ ਵਿਚਾਰ ਹੈ। ਭਾਵੇਂ ਅਸੀਂ 80 ਸਾਲਾਂ ਦੇ ਵੀ ਹੋ ਜਾਈਏ, ਜ਼ਰੂਰੀ ਤਾਂ ਨਹੀਂ ਹੈ ਵੀ ਅਸੀਂ 80 ਸਾਲ ਦੇ ਹੋ ਗਏ ਤੇ ਸਾਡੀ ਬਿਰਤੀ ਉਨੀ ਸੂਖਸ਼ਮ ਹੋਵੇਗੀ। 80 ਸਾਲ ਦੀ ਸਰੀਰਕ ਆਯੂ ਦੇ ਵਿੱਚ ਵੀ ਜੇ ਹੁਣੇ ਹੀ ਚੱਲੇ 80 ਸਾਲ ਦੀ ਉਮਰ ਦੇ ਵਿੱਚ ਟੁਰੇ ਆ, ਹਲੇ ਪਹਿਲਾਂ ਟੁਰੇ ਹੀ ਨਹੀਂ, ਤੇ ਉਦੋਂ ਵੀ ਸਾਡੀ ਬੁੱਧੀ ਧਾਰਮਿਕ ਜਗਤ ਦੇ ਵਿੱਚ ਬਾਲਪਣੇ ਵਾਲੀ ਹੈ, ਬਚਪਨੇ ਵਾਲੀ ਹੈ, ਹਾਲੇ ਸਮਝ ਨਹੀਂ ਆਉਣੀ। ਪਰ ਜਿਵੇਂ ਜਿਵੇਂ ਪੜ੍ਹਦੇ ਚਲੇ ਜਾਓਗੇ ਬੁੱਧੀ ਦਾ ਲੈਵਲ ਸੂਖਸ਼ਮ ਹੁੰਦਾ ਚਲਿਆ ਜਾਂਦਾ, ਤੇ ਵਿਚਾਰਾਂ ਉਨੀਆਂ ਹੀ ਡੂੰਘੀਆਂ ਹੁੰਦੀਆਂ ਚਲੀਆਂ ਜਾਂਦੀਆਂ, ਉਹ ਸਮਝ ਵਿੱਚ ਪੈਣ ਲੱਗ ਪੈਂਦੀਆਂ ਹਨ। ਤੇ ਜਦੋਂ ਪੂਰਨ ਰੂਪ ਵਿੱਚ ਸਮਝ ਵਿੱਚ ਆ ਜਾਂਦਾ, ਫਿਰ ਉਹ ਗੂੰਗੇ ਗੁੜ ਖਾਣ ਵਾਲੀ ਅਵਸਥਾ ਬਣ ਜਾਂਦੀ ਹੈ। ਉਹ ਕਹਿੰਦਾ ਮੈਂ ਹੁਣ ਕੁਝ ਵੀ ਬੋਲ ਕੇ ਨਹੀਂ ਦੱਸ ਸਕਦਾ। ਮੇਰੇ ਵਰਗੇ ਖਾਲੀ ਘੜੇ ਜਿਹੜੇ ਨੇ ਉਹ ਬੋਲ ਬੋਲ ਕੇ ਦੱਸਦੇ ਆ, ਸਾਡਾ ਕੰਮ ਹੈ ਬੋਲ ਬੋਲ ਕੇ ਦੱਸਣਾ। ਪਰ ਜਿਹੜੇ ਭਰ ਜਾਂਦੇ ਨੇ, ਭਾਈ ਗੁਰਦਾਸ ਜੀ ਕਹਿੰਦੇ ਫਿਰ ਜਿਨ੍ਹਾਂ ਦਾ ਮੂੰਹ ਭਰਿਆ ਹੋਵੇ ਨਾ ਦਾਣਿਆਂ ਨਾਲ, ਚੰਗੀ ਮੁੱਠ ਭਰ ਕੇ ਮੂੰਹ 'ਚ ਪਾਈ ਹੋਵੇ, ਉਹ ਬੋਲ ਨਹੀਂ ਸਕਦਾ। ਉਹ ਕਹਿੰਦਾ ਹੱਥਾਂ ਨਾਲ ਇਸ਼ਾਰੇ ਕਰਦਾ ਵੀ ਆਹ ਪਹਿਲਾਂ ਮੈਂ ਨਿਗਲ ਲਾਂ, ਮੂੰਹ ਭਰਿਆ ਕਿਉਂ ਬੋਲੀ ਹੈ। ਗੂੰਗੇ ਨੇ ਗੁੜ ਖਾਧਾ, ਹੁਣ ਸਵਾਦ ਨਹੀਂ ਦੱਸ ਸਕਦਾ। ਬਿਸਮ 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 ਹੀ ਪਈ ਹੈ, ਲਾਲ ਗੁਲਾਲ ਰੰਗਾਰੈ, ਕਹੋ ਨਾਨਕ ਸੰਤਨ ਰਸ ਆਈ ਹੈ।
ज्यों चाख गूंगा मुस्कार है। कह कबीर गूंगे गुड़ खाया, पूछे ते क्या कही है। वो भी एक रस है, वो भी एक ऐसा आश्चर्य आनंद है। फिर भी महापुरुष बोलते ने, फिर भी भगतां ने बोल के दसिया, भावें क्यों ना आख्या की बोलीए बाबा बोलना क्या कही है, जैसे राम नाम रब रही है, पर फिर भी तां बोले ने वो इसे लिए बोले ने तां जो साडे वर्गे जिहड़े बालपने दी बुद्धि वाले इस रस्ते ते चलण, उन्हां लई मार्गदर्शन हो सके। वो साडे लई परोपकार लई बोले हन, साडे भले लई बोले हन, साडी कल्याण लई बोले हन, नहीं तो उन्होंने बोलण की आवश्यकता नहीं है। तो ऐसा रस सोधत सोधत सोध तत्व विचारिया, विचार करद्या 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 कहते मैं आखिर कीती है, यानी कि पूरे सिट्टे ते। वो कहते महीना भर इस गल दे उत्ते मंथन होया, 2 महीने हो गए ने इस गल ते चर्चा होंदियां मंथन होंदियां भी इहदे नैगेटिव पॉइंट की ने, पॉजिटिव पॉइंट की ने। अजकल तां जो कुछ बनाया जाता है, चाहे वो सरकारी तौर पर नीतियां होंदियां ने, उस वेले ही बनाईयां जांदियां। वो पहला उहदा मंथन नहीं किया जाता भी ये जिहड़ी पॉलिसी असीं लोकां नूं देंगे, इहदे नाल लोकां दा हित है, नुकसान है कि नहीं। लागू करन तो बाद फिर जदों उहदा नुकसान सामने आउंदा कहंदे ये तां बड़ा गलत हो गया जी, आ कुछ हुंदा। उहदा विचार मंथन नहीं हुंदा भी पहला कुछ समय किसी मजलिस विच सब दे नाल विचार चर्चा करन तो बाद उहदे नकारात्मक सिट्टे की ने, सकारात्मक सिट्टे की ने, ये सारियां विचारां तो बाद फिर उसनूं लागू करन दा यतन करना चाहिए। इत्थे तां केवल तानाशाही हुंदी है, बना दिता तुहाडे लई कानून, चलो यही रहेगा तुहाडे वास्ते। मरो खपो सड़कों के उत्ते बह के इस करोना वर्गी महामारी के दौरान भावें धरने दिओ, साडा ही ये तानाशाही है, तुहानू मननी पेगी। भावें असीं कहीए भी ये लोकतंत्र है, आ कुछ हुंदा। तो तत्त दी विचार भी तो होनी चाहिए ना। गुरबाणी समाजिक रूप दे विच भी सानू सेध दे रही है। अध्यात्मक तौर पर उच्चियां खेडां ने साहिब दियां, पर समाजिक तौर पर भी सानू विचार कि सोधद्यां विचार करद्यां 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 अखीर नूं इस तत्त ते निर्णय ते पहुंचे। हाँ जी। नाम बिना सुख नाहे सर पर हारिया। वाहिगुरु परमेश्वर दे नाम तो बिना सुख नहीं है, सुख नाही हर भगत बिना। वाहिगुरु परमेश्वर दे नाम तो बिना सुख नहीं है। और अखीर नूं इस मनुख नूं अपनी जिंदगी नूं, अपने जीवन नूं हारना पैंदा है। आवह जाहे अनेक मर मर जन्म ते। अनेकां मनमुख लोक ने नाम विहूणे आउंदे ने जांदे ने, अनेकां वार मुड़ मुड़ के मरदे ते जमदे हन। बिना बूझे सब वाद जोने परमते। बिना बुझिया सब झगड़ा ही है। जदों तक असल गल खाने नहीं पवेगी, बुझांगे नहीं, जाणांगे नहीं, उदों तक सब वाद है, झगड़ा ही है। झगड़ा उदों तक ही है जदों तक बुझदे नहीं, जानते नहीं। और जेड़े बुझदे नहीं, निज स्वरूप नूं जानते नहीं, वो फिर जूनियां विच भरमदे हन। जिन को भए दयाल तिन साधु संग भया। जिन्हां ते मेरा स्वामी दयाल हुंदा है, जिन्हां ते मेरे साहिब जी दयाल हुंदे ने, तिन साधु संग भया। तिन्हां नूं साध संगत दीआं घड़ियां प्राप्त हुंदियां। हर एक नूं संगत नहीं लभ जांदी, हर एक नूं संगत नहीं मिल जाती। जिन्हां ते मेरे स्वामी जी दयाल हुंदे ने,
ਤਿਨਾਂ ਨੂੰ ਸਾਧ ਸੰਗਤ ਪ੍ਰਾਪਤ ਹੁੰਦੀ ਹੈ। ਅੰਮ੍ਰਿਤ ਹਰਿ ਕਾ ਨਾਮ ਤਿਨੇ ਜਨੇ ਜਪ ਲਿਆ। ਵਾਹਿਗੁਰੂ ਅੰਮ੍ਰਿਤ ਹੈ, ਅੰਮ੍ਰਿਤ। ਤੇ ਤਿਨਾਂ ਜਨਾਂ ਨੇ ਜਪਿਆ ਜਿਨ੍ਹਾਂ ਨੂੰ ਸੰਗਤ ਮਿਲਦੀ ਹੈ। ਖੋਜਹਿ ਕੋਟ ਅਸੰਖ ਬਹੁਤ ਅਨੰਤ ਕੇ। ਅਨੰਤ ਗਿਣਤੀ ਕੋਈ ਨਹੀਂ, ਅਸੰਖੀ ਲੋਕ ਨੇ ਜਿਹੜੇ ਉਸ ਵਾਹਿਗੁਰੂ ਨੂੰ ਖੋਜ ਰਹੇ ਨੇ, ਲੱਭ ਰਹੇ ਨੇ। ਖੋਜ ਉਸ ਅਨੰਤ ਨੂੰ ਖੋਜਣ ਲਈ ਬੜੇ ਤੁਰੇ ਹੋਏ ਨੇ, ਬੜੇ ਚੱਲੇ ਹੋਏ ਨੇ। ਜਿਸ ਬੁਝਾਏ ਆਪ ਨੇੜਾ ਤਿਸ ਹੈ। ਪਰ ਜਿਸ ਨੂੰ ਪਾਤਸ਼ਾਹ ਬੁਝਾਉਂਦੇ ਨੇ, ਜਣਾਉਂਦੇ ਨੇ, ਉਹੀ ਜਾਣਦਾ ਹੈ ਕਿ ਉਹ ਤਾਂ ਨੇੜੇ ਆ, ਜਿਸ ਨੂੰ ਮੈਂ ਬਾਹਰ ਲੱਭਦਾ ਫਿਰਦਾ। ਜਿਸ ਨੂੰ ਬੁਝਾਉਂਦੇ ਨੇ ਉਹ ਉਸ ਵਾਹਿਗੁਰੂ ਨੂੰ ਆਪਣੇ ਨੇੜੇ ਤੋਂ ਨੇੜੇ ਕਰਕੇ ਜਾਣ ਲੈਂਦੇ ਹਨ। ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ। ਹੇ ਵਾਹਿਗੁਰੂ, ਤੂੰ ਹਿਰਦੇ 'ਚੋਂ ਨਾ ਵਿਸਰੀ, ਮੇਰੀ ਬੇਨਤੀ ਹੈ। ਪੰਜਵੇਂ ਪਾਤਸ਼ਾਹ ਸਾਨੂੰ ਸਾਰਿਆਂ ਨੂੰ ਅਰਦਾਸ ਕਰਨ ਦਾ ਤਰੀਕਾ ਦੱਸ ਰਹੇ ਹੈ। ਹੇ ਸੁਆਮੀ, ਹੇ ਦਾਤਾਂ ਦੇਣ ਵਾਲੇ ਦਾਤਾਰ ਜੀ, ਤੁਸੀਂ ਮੇਰੇ ਹਿਰਦੇ 'ਚੋਂ ਨਾ ਵਿਸਰੋ, ਮੈਨੂੰ ਆਪਣੇ ਅੰਮ੍ਰਿਤ ਨਾਮ ਦੀ ਦਾਤ ਬਖਸ਼ ਦਿਓ। ਗੁਣ ਗਾਵਾ ਦਿਨ ਰਾਤ ਨਾਨਕ ਚਾਓ ਇਹੋ। ਹੇ ਵਾਹਿਗੁਰੂ, ਮੈਂ ਤੇਰੇ ਗੁਣ ਗਾਵਾਂ ਦਿਨ ਰਾਤ ਲਗਾਤਾਰ ਨਿਰੰਤਰ। ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ। ਗੁਣ ਗਾਵਾ ਦਿਨ ਰਾਤ, ਗੁਣ ਗਾਵਾ ਦਿਨ ਰਾਤ। ਮਹਾਰਾਜ ਰਾਤ ਦਿਨ ਅੱਠੇ ਪੈਰ ਨਿਰੰਤਰ ਆਪ ਜੀ ਦੇ ਗੁਣਾਂ ਨੂੰ ਗਾਇਨ ਕਰਾਂ। ਗੁਣ ਗਾਵਾਂ ਨਿਤ ਨਿਤ ਸਦ ਹਰ ਕੇ, ਮਨ ਜੀਵੈ ਨਾਮ ਸੁਣ ਤੇਰਾ। ਮੇਰਾ ਇਹ ਚਾਓ ਹੈ, ਮਹਾਰਾਜ ਜੀ ਕਹਿੰਦੇ, ਨਾਨਕ ਚਾਓ ਇਹੋ। ਮੇਰਾ ਚਾਹ ਹੈ, ਉਤਸ਼ਾਹ ਮੇਰੇ ਹਿਰਦੇ ਦਾ ਚਾਓ ਹੈ ਕਿ ਮੈਂ ਰਾਤ ਦਿਨ ਆਪ ਜੀ ਦੇ ਗੁਣ ਗਾਵਾਂ। ਸਤਿਗੁਰੂ ਜੀ ਕਿਰਪਾ ਕਰਨ, ਸਾਡਾ ਇਹ ਗਾਵਿਆ ਔਰ ਸੁਣਿਆ ਪਾਤਸ਼ਾਹ ਥਾਂ ਪਾ ਲੈਣ। ਗੁਰੂ ਕੀ ਬਾਣੀ ਅਗਾਧ ਬੋਧ ਹੈ। ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। 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 ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।